ਬੱਚਿਓ ਅੱਜ ਦੇ ਐਮਏ ਸੈਕੰਡ ਸਮੈਸਟਰ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਕੱਲ ਦੇ ਲੈਕਚਰ ਦੇ ਵਿੱਚ ਅਸੀਂ ਬੇਸਿਕਲੀ ਸੈਕੰਡ ਯੂਨਿਟ ਦੇ ਵਿੱਚੋਂ ਆਧੁਨਿਕਤਾਵਾਦ ਵਾਲਾ ਜਿਹੜਾ ਟੌਪਿਕ ਹੈ ਉਹ ਡਿਸਕਸ ਕੀਤਾ ਸੀ। ਅੱਜ ਅਸੀਂ 2018 ਦਾ ਜਿਹੜਾ ਪੇਪਰ ਤੁਹਾਨੂੰ ਆਇਆ ਸੀਗਾ ਐਮਏ ਦਾ ਤੁਹਾਡੇ ਸਬਜੈਕਟ ਦਾ ਉਹ ਡਿਸਕਸ ਕਰਾਂਗੇ ਅੱਜ। ਸੋ ਜਿਹੜਾ ਸੈਕੰਡ ਯੂਨਿਟ ਦਾ ਅੱਗੇ ਜਿਹੜਾ ਸਿਲੇਬਸ ਹੈ ਜਾਂ ਅਗਲਾ ਜਿਹੜਾ ਟੌਪਿਕ ਹੈ ਉਹ ਅਸੀਂ ਮੰਡੇ ਨੂੰ ਡਿਸਕਸ ਕਰਾਂਗੇ। ਸੋ ਇਹਦੇ ਵਿੱਚੋਂ ਜਿਹੜੇ ਤੁਹਾਨੂੰ ਛੋਟੇ ਪ੍ਰਸ਼ਨ ਆਏ ਹੋਏ ਹੈ ਜਿਹੜੇ ਕਿ ਤੁਸੀਂ 25 ਜਾਂ 30 ਸ਼ਬਦਾਂ ਦੇ ਵਿੱਚ ਲਿਖਣੇ ਹੈ ਉਹਨਾਂ ਉੱਤੇ ਅਸੀਂ ਚਰਚਾ ਕਰਾਂਗੇ ਅਤੇ ਇਹਨਾਂ ਨੂੰ ਲਿਖਾਂਗੇ ਵੀ ਅਸੀਂ ਅੱਜ। ਠੀਕ ਹੈ, ਹੁਣ ਇਹਦੇ ਵਿੱਚ ਜਿਹੜਾ ਪਹਿਲਾ ਪ੍ਰਸ਼ਨ ਹੈ 2018 ਦੇ ਪੇਪਰ ਦੇ ਵਿੱਚ ਤੁਹਾਡਾ ਛੋਟਾ 2 ਨੰਬਰ ਵਾਲਾ ਉਹ ਹੈਗਾ ਜੀ ਰਾਈਟ ਦੀ ਨੇਮਸ ਆਫ 4 ਕੰਪੈਰੇਟਿਵਿਸਟ belonging to Princeton school। ਠੀਕ ਹੈ ਜੀ, ਇਹ ਹੁਣ ਕੁਐਸਚਨ ਕੀ ਹੈ, ਹੁਣ ਪੰਜਾਬੀ ਦੇ ਵਿੱਚ ਲਿਖ ਲਓ ਇਹਨੂੰ ਕੁਐਸਚਨ ਨੂੰ। ਇੱਕ ਮਿੰਟ, ਪੰਜਾਬੀ ਦੇ ਵਿੱਚ ਜਿਹੜਾ ਹੈਗਾ ਹੈ ਕੁਐਸਚਨ ਤੁਸੀਂ ਲਿਖ ਲਓ। पहले हिंदी च लिख लो फिर पंजाबी च लिख लियो। प्रिंसटन स्कूल से संबंधित 4 तुलनावादियों के नाम स्पष्ट कीजिए या नाम लिखिए। पंजाबी च क्वेश्चन लिख लो। प्रिंसटन स्कूल दे नाल संबंधित 4 तुलनावादियां दे नाम लिखो। 4 तुलनावादियां दे नाम लिखो। एक मिनट मैं लिखा रहा ਤੁਹਾਨੂੰ। एक मिनट मैं ਤੁਹਾਡੇ ਨਾਲ एक फाइल ਜਿਹੜੀ ਹੈਗੀ ਆ ਉਹ ਸ਼ੇਅਰ ਕਰਨ ਲੱਗਾ ਹੈਗਾ। और comparativist 4 comparativist of Princeton School ठीक है जी। ये मैं डॉक्यूमेंट ਤੁਹਾਡੇ ਨਾਲ ਜਿਹੜਾ ਹੈਗਾ ਸ਼ੇਅਰ ਕਰਨ ਲੱਗਾ ਹੈਗਾ। ਇਹ ਤੁਹਾਡੇ ਨਾਲ ਜਿਹੜਾ ਹੈਗਾ ਡਾਕੂਮੈਂਟ ਸ਼ੇਅਰ ਹੋ ਗਿਆ। ਠੀਕ ਹੈ ਜੀ। ਹੁਣ ਜਿੱਥੇ ਤੱਕ ਤੁਲਨਾਵਾਦੀਆਂ ਦਾ ਸੰਬੰਧ ਹੈ, ਠੀਕ ਹੈ ਜੀ, ਇਹਦੇ ਵਿੱਚ ਜਿਹੜੇ ਪ੍ਰਮੁੱਖ ਵਿਚਾਰਕ ਸੀਗੇ ਉਹ ਸੀਗੇ ਡੇਵਿਡ ਈਸਟਨ, ਆਲਮੰਡ ਤੇ ਪਾਵਲ, ਲਾਸਵੈਲ ਅਤੇ ਮਾਰਕਸ ਵੈਬਰ। ਠੀਕ ਹੈ ਜੀ।
ਹੁਣ ਅਗਲਾ ਕੁਐਸਚਨ ਜਿਹੜਾ ਬਣਦਾ ਹੈਗਾ ਉਹ ਬਣਦਾ ਹੈ what do you mean by modernization? ਆਧੁਨਿਕਤਾ ਤੋਂ ਤੁਹਾਡਾ ਕੀ ਭਾਵ ਹੈ? what do you mean by modernization? ਲਿਖੋ। ਆਧੁਨਿਕਤਾ ਵਾਦ ਹੁਣ ਪਹਿਲੇ ਅੰਗਰੇਜ਼ੀ 'ਚ ਲਿਖ ਲਓ, ਫਿਰ ਮੈਂ ਇਹਨੂੰ ਪੰਜਾਬੀ ਇੰਗਲਿਸ਼ ਦੇ ਵਿੱਚ ਤੁਹਾਨੂੰ ਜਿਹੜਾ ਇਹ ਲਿਖਾ ਦਿੰਦਾ। ਲਿਖੋ ਜੀ, what do you mean by modernization? modernization ਕੀ ਹੁੰਦੀ ਹੈ? modernization meaning of modernization, meaning of modernization, modernization लिखो जी। modernization in simple words, modernization is a process of updating or making it work in a contemporary setting, in political science, modernization means कॉमा पा के लिखो, modernization refers to the model of progressive transition from pre-modern or traditional to modern society. Modernization is related to a process which begin in 1950s and 60s in the field of social sciences. लिखो जी, आधुनिकीकरण ਦਾ ਸੰਬੰਧ ਇਹੋ ਜਿਹੇ ਪ੍ਰਗਤੀਸ਼ੀਲ ਬਦਲਾਵ ਦੇ ਨਾਲ ਸੀ ਜਿਸਨੇ ਸਮਾਜ ਨੂੰ ਪਰੰਪਰਾਵਾਦੀ ਤੋਂ ਇੱਕ ਆਧੁਨਿਕ ਸਮਾਜ ਵਿੱਚ ਬਦਲਿਆ।
ਇੱਕ ਆਧੁਨਿਕ ਸਮਾਜ ਵਿੱਚ ਵਧਿਆ। ਆਧੁਨਿਕੀਕਰਨ ਦਾ ਸੰਬੰਧ ਉਸ ਸਾਰੇ ਵਿਕਾਸ ਦੇ ਨਾਲ ਹੈ। ਆਧੁਨਿਕੀਕਰਨ ਦਾ ਸੰਬੰਧ ਉਸ ਸਾਰੇ ਵਿਕਾਸ ਦੇ ਨਾਲ ਹੈ ਜਿਹੜਾ ਕਿ ਮਨੁੱਖ ਦੁਆਰਾ ਕੀਤਾ ਗਿਆ ਹੈ। ਜੇਕਰ ਆਧੁਨਿਕੀਕਰਨ ਸਿਧਾਂਤ ਦੀ ਗੱਲ ਕਰੀਏ ਤਾਂ ਇਸ ਦਾ ਸੰਬੰਧ 1950 ਤੇ 60 ਵਿੱਚ ਆਧੁਨਿਕੀਕਰਨ ਸਿਧਾਂਤ ਦੇ ਨਾਲ ਹੈ, ਜਿਹੜਾ ਕਿ 1950 ਅਤੇ 60 ਦੇ ਦਸ਼ਕ ਵਿੱਚ ਸ਼ੁਰੂ ਹੋਇਆ ਸੀ। 1950 ਅਤੇ 60 ਦੇ ਦਸ਼ਕ ਵਿੱਚ ਸ਼ੁਰੂ ਹੋਇਆ ਸੀ। ਉਦਾਹਰਨ ਦੇ ਤੌਰ ਤੇ ਆਧੁਨਿਕੀਕਰਨ ਇਹੋ ਜਿਹੀ ਕਿਰਿਆ ਵੀ ਹੁੰਦੀ ਹੈ ਜਿਸ ਦੇ ਅੰਤਰਗਤ ਮੌਜੂਦਾ ਰਾਜ ਨੂੰ ਸਾਰੇ ਮਾਮਲਿਆਂ ਵਿੱਚ ਸੁਧਾਰਿਆ ਜਾਂਦਾ ਹੈ। ਠੀਕ ਹੈ ਜੀ। ਹੁਣ ਆਪਾਂ ਇੱਕ ਇਹਦੀ ਜਿਹੜੀ ਹੋਰ ਹੈ ਪਰਿਭਾਸ਼ਾ ਲਿਖਾਂਗੇ। ਇਹ ਜਿਹੜੀ ਪਰਿਭਾਸ਼ਾ ਹੈਗੀ ਹੈ ਉਹ ਇਨਸਾਈਕਲੋਪੀਡੀਆ ਜਿਹੜਾ ਬ੍ਰਿਟਾਨਿਕਾ ਹੈ ਉਹਦੇ ਵਿੱਚ ਦਿੱਤੀ ਹੋਈ ਹੈ। ਹੁਣ ਮੈਂ ਇਹਨੂੰ ਇੱਥੇ ਅੰਡਰਲਾਈਨ ਵੀ ਕਰਨ ਲੱਗਾ ਹੈਗਾ। ਦੇਖੋ ਜੀ, ਮਾਡਰਨਾਈਜੇਸ਼ਨ ਨਿਰੰਤਰ ਚੱਲਣ ਵਾਲੀ ਇਹੋ ਜਿਹੀ ਪ੍ਰਕਿਰਿਆ ਹੈ ਜਿਸ ਦਾ ਵਿਕਾਸ ਇਤਿਹਾਸਿਕ ਅਤੇ ਹੋਰ ਸਮਾਜਾਂ ਦੇ ਕਾਰਜਾਂ ਦੇ ਨਾਲ ਹੈ ਅਤੇ ਇਹਨਾਂ ਕਾਰਜਾਂ ਨੂੰ ਸੁਧਾਰਨ ਦੇ ਨਾਲ ਹੈ। ਹੁਣ ਅਗਲਾ ਜਿਹੜਾ ਕੁਐਸਚਨ ਬਣਦਾ ਹੈ ਉਹ ਲਿਖੋ। ਸੰਵਿਧਾਨਿਕਵਾਦ ਕੀ ਹੁੰਦਾ ਹੈ? What do you mean by constitutionalism? Discuss the different models of constitutionalism. लिखो जी।
लिखो जी, पहले अंग्रेजी च लिख लो फिर पंजाबी च लिखा देना। कॉन्स्टिट्यूशनलिज्म is a compound of ideas is a compound of ideas attitudes and patterns of behavior elaborating the principle that the authority of government derives from and is limited by a body of fundamental law, a body of fundamental law। ठीक है जी। संविधानिकवाद ਇਹੋ ਜਿਹੇ ਜਟਿਲ ਸੋਚ ਨਜ਼ਰੀਏ ਅਤੇ ਵਿਵਹਾਰ ਦੇ ਨਾਲ ਸੰਬੰਧਿਤ ਨਮੂਨਿਆਂ ਦਾ ਇਹੋ ਜਿਹਾ ਸਿਧਾਂਤ ਹੈ ਜਿਹੜਾ ਕਿ ਆਪਣੀ ਸ਼ਕਤੀ ਸਰਕਾਰ ਕੋਲੋਂ ਲੈਂਦਾ ਹੈ ਅਤੇ ਸਰਕਾਰ ਦੇ ਕਾਰਜ ਨੂੰ ਇੱਕ ਸੀਮਿਤ ਸੰਸਥਾ ਬੇਸਿਕ ਫੰਡਾਮੈਂਟਲ ਲਾਅ ਦੇ ਅਨੁਸਾਰ ਲੈਂਦੀ ਹੈ। ਠੀਕ ਹੈ ਜੀ। ਹੁਣ ਮਾਡਲਸ ਆਫ ਜਿਹੜੇ ਹੈਗੇ ਆ ਕਨਸਟੀਟਿਊਸ਼ਨਲਿਜ਼ਮ ਕਿਹੜੇ ਆ। ਹੁਣ ਇਹਦੇ ਨਾਲ ਸੰਬੰਧਿਤ ਇੱਕ ਹੋਰ ਛੋਟਾ ਕੁਐਸਚਨ ਬਣਦਾ ਹੈ, ਪਹਿਲੇ ਆਹ ਵਾਲਾ ਕਰ ਲਈਏ। ਮਾਡਲਸ ਕਿਹੜੇ ਹੈਗੇ ਨੇ ਦੇਖ ਲਈਏ ਆਪਾਂ ਪਹਿਲੇ। ਮਾਡਲਸ ਹੁਣ ਲਿਖੋ ਜੀ, ਵਿਸ਼ਵ ਵਿੱਚ ਸੰਵਿਧਾਨਿਕਵਾਦ ਦੇ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਮਾਡਲ ਜਾਂ ਕਿਸਮਾਂ ਸਾਨੂੰ ਵੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਉਦਾਰਵਾਦੀ ਲੋਕਤੰਤਰੀ ਸੰਵਿਧਾਨਿਕਵਾਦ। ਦੂਸਰਾ ਮਾਡਲ ਹੈਗਾ ਜੀ ਉਦਾਰਵਾਦੀ ਗੈਰ ਲੋਕਤੰਤਰੀ ਸੰਵਿਧਾਨਿਕਵਾਦ। ਫਿਰ ਉਸ ਤੋਂ ਬਾਅਦ ਅਗਲਾ ਹੈਗਾ ਜੀ ਗੈਰ
उदारवादी, लोकतंत्रीय, संविधानिकवाद। फिर अगला मॉडल हैगा है समाजवादी, कल्याणकारी, संविधानिकवाद। फिर लास्ट मॉडल हैगा है समाजवादी संविधानिकवाद। ठीक है जी। ਹੁਣ ਇਹਦੇ ਨਾਲ ਸੰਬੰਧਿਤ ਜਿਹੜੇ ਹੋਰ ਕੁਐਸਚਨ ਹੈ ਆਪਾਂ ਉਹ ਵੀ ਲਿਖਾਂਗੇ। ਹੁਣ ਇਹਦੇ ਨਾਲ ਸੰਬੰਧਿਤ ਜਿਹੜੇ ਹੋਰ ਕੁਐਸਚਨ ਆਪਣੇ ਬਣਦੇ ਆ ਉਹ ਹੈ, ਪਹਿਲੇ ਤਾਂ ਆਪਾਂ ਇਹ ਵੇਖਾਂਗੇ ਕਿ ਭਾਰਤ ਵਿੱਚ ਸੰਵਿਧਾਨਿਕਵਾਦ ਕੀ ਹੈ। ਇੱਕ ਕੁਐਸਚਨ ਬਣਦਾ ਵਾਟ ਇਜ਼ ਕਨਸਟੀਟਿਊਸ਼ਨਲਿਜ਼ਮ ਇਨ ਇੰਡੀਆ। ਹੁਣ ਇਹਦਾ ਉਹਦਾ ਕਹਿਣ ਦਾ ਮਤਲਬ ਕੀ ਹੈ, ਉਹਦਾ ਕਹਿਣ ਦਾ ਇਹ ਅਰਥ ਹੈ ਕਿ ਭਾਰਤ ਦੇ ਵਿੱਚ ਅਸੀਂ ਕਿਸ ਚੀਜ਼ ਨੂੰ ਸੰਵਿਧਾਨਿਕਵਾਦ ਮੰਨਦੇ, ਜਾਂ ਸੰਵਿਧਾਨਿਕਵਾਦ ਭਾਰਤ ਦੇ ਵਿੱਚ ਸੰਵਿਧਾਨਿਕਵਾਦ ਦੀ ਪਰਿਭਾਸ਼ਾ ਕੀ ਹੈ। ਲਿਖੋ, ਪਹਿਲੇ ਅੰਗਰੇਜ਼ੀ ਚ ਲਿਖ ਲਓ ਫਿਰ ਪੰਜਾਬੀ ਚ ਲਿਖਾ ਦਿੰਦਾ। The concept of constitutionalism, the concept of constitutionalism is that polity by or under a constitution that ordains essentially limited government, rule of law, limited government, rule of law, limited government, rule of law, limited government or rule of law, as opposed to arbitrary or authoritarian or totalitarian rule. Full stop. Constitutional government therefore should necessarily be democratic government, should necessarily be democratic government। ठीक है, पंजाबी च लिख लो। ਹੁਣ ਪੰਜਾਬੀ ਦੇ ਵਿੱਚ ਜਿਹੜੀ ਇਹਦੀ ਆ ਤੁਸੀਂ ਗੂਗਲ ਟਰਾਂਸਲੇਟਰ ਤੋਂ ਇਹਦੀ ਟਰਾਂਸਲੇਸ਼ਨ ਜਿਹੜੀ ਆ ਕਰ ਲਈਓ, ਆਪੇ ਕਰ ਲਈਓ। ਠੀਕ ਹੈ। ਜਾਂ ਇੱਕ ਮੈਂ ਤੁਹਾਨੂੰ ਹੋਰ ਐਪ ਦੱਸੀ ਸੀਗੀ ਉਦਣ, typingbaba.com, ਉਹਦੇ ਵਿੱਚ ਜਾ ਕੇ ਇਹਨੂੰ ਜਿਹੜਾ ਹੈ ਟਰਾਂਸਲੇਟ ਜਿਹੜਾ ਹੈ ਤੁਸੀਂ ਕਰ ਸਕਦੇ ਹੋ। ਫਿਰ ਅਗਲਾ ਕੁਐਸਚਨ ਹੈਗਾ ਹੈ what are the some examples of constitutionalism। ਸੰਵਿਧਾਨਿਕਵਾਦ ਦੀਆਂ ਉਦਾਹਰਨਾਂ ਦਾ ਵਰਣਨ ਕਰੋ। ਸੰਵਿਧਾਨਿਕਵਾਦ ਦੀਆਂ ਉਦਾਹਰਨਾਂ ਦਾ ਵਰਣਨ ਕਰੋ। The definition of constitutionalism is being ruled by basic standards and ideals consistent with an overriding rule of law or ethics, overriding rule of law or ethics।